ਧੰਨ ਵਾਹਿਗੁਰੂ ਸਾਹਿਬ ਜੀ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਨੈ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ। ਸਾਜ ਸਮਾਵਨ ਸੰਗ, ਜਨ ਕੇ ਚਰਨ ਵਸਹਿ ਮਿਰ ਹੀਅਰੈ। ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ, ਜੈਸਾ ਸਤਿਗੁਰ ਸੁਣੀਦਾ। ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੈ ਪ੍ਰਭੂ। ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦਿਰੜਾਏਂਦਾ। ਕਟੈ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ। ਜਿਨਾ ਧੁਰੇ ਭਇਆ ਸੰਜੋਗ, ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਿਕ, ਰਹਿਮਤਾਂ ਦੇ ਮੁਜੱਸਮੇ, ਵਾਲੀਏ ਕੁਲ ਆਲਮ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ ਵਡਭਾਗੇ ਹਾਂ, ਜੋ ਰੋਜ਼ਾਨਾ ਹੀ ਦੀਵਾਨਾਂ ਵਿੱਚ ਬੈਠ ਕੇ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰਦੇ ਹਾਂ। ਹੁਣ ਆਓ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਆ ਜੋ ਦਿਨ ਚੱਲ ਰਹੇ ਹਨ, ਭਾਰਤ ਦੇ ਵਿੱਚ ਜੋ ਤਿਉਹਾਰ ਪ੍ਰਸਿੱਧ ਹੈ ਹੋਲੀ, ਅਤੇ ਸਤਿਗੁਰੂ ਜੀ ਨੇ ਜੋ ਕਿਰਪਾ ਕਰਕੇ ਸਿੱਖ ਨੂੰ ਤਿਉਹਾਰ ਦਿੱਤਾ ਹੋਲਾ ਮਹੱਲਾ, ਇਸ ਹੋਲੇ ਮਹੱਲੇ ਦੇ ਸੰਬੰਧ ਵਿੱਚ ਅਤੇ ਹੋਲੀ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੀ ਬਾਣੀ ਵਿੱਚੋਂ, ਸਤਿਗੁਰੂ ਜੀ ਦੇ ਜੀਵਨ ਵਿੱਚੋਂ, ਇਤਿਹਾਸ ਵਿੱਚੋਂ
ਆਪਾਂ ਕੁਝ ਵਿਚਾਰਾਂ ਕਰਨੀਆਂ ਹਨ ਤਾਂ ਜੋ ਸਾਨੂੰ ਇਸ ਤਿਉਹਾਰ ਦੇ ਬਾਰੇ ਜਾਣਕਾਰੀ ਹੋ ਸਕੇ, ਸਾਨੂੰ ਪਤਾ ਲੱਗ ਜਾਵੇ ਕਿ ਇਹ ਤਿਉਹਾਰ ਸ਼ੁਰੂ ਕਿੱਥੋਂ ਹੋਇਆ ਤੇ ਇਹਦਾ ਅਸਲ ਵਿੱਚ ਮਕਸਦ ਕੀ ਸੀ। 2 ਦਿਨ ਆਪਾਂ ਇਹ ਵਿਚਾਰ ਕਰਨੀ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਬੇਅੰਤ ਧਰਮ ਹੋਏ ਹਨ। ਸਭ ਤੋਂ ਸਿਰਮੌਰ ਧਰਮ, ਸਭ ਤੋਂ ਪੁਰਾਣਾ ਧਰਮ ਹਿੰਦੂ ਧਰਮ ਹੈ, ਜਿਹਨੂੰ ਸਨਾਤਨ ਧਰਮ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਭਾਰਤ ਦੇ ਵਿੱਚ ਕਈ ਧਰਮਾਂ ਨੇ ਜਨਮ ਲਿਆ, ਜਿਵੇਂ ਬੁੱਧ ਧਰਮ, ਜੈਨ ਧਰਮ, ਸਿੱਖ ਧਰਮ। ਇਹ ਜਿਹੜੇ ਭਾਰਤ ਦੇ ਵਿੱਚ ਜਨਮ ਲਏ ਹੋਏ ਧਰਮ ਹਨ। ਸਭ ਤੋਂ ਪੁਰਾਣਾ ਧਰਮ ਸਨਾਤਨ ਧਰਮ ਹਿੰਦੂ ਧਰਮ ਹੀ ਹੈ। ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਧਰਮ ਬਹੁਤ ਹਨ, ਉਸੇ ਤਰੀਕੇ ਦੇ ਨਾਲ ਧਰਮ ਦੇ ਨਾਲ ਸੰਬੰਧ ਰੱਖਦੇ ਤਿਉਹਾਰ ਵੀ ਬਹੁਤ ਹਨ, ਜਿਹੜੇ ਸਮੇਂ-ਸਮੇਂ ਦੇ ਨਾਲ ਭਾਰਤ ਦੇ ਲੋਕ ਮਨਾਉਂਦੇ ਹਨ। ਜੋ ਤਿਉਹਾਰ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ, ਉਹਨੂੰ ਹੋਲੀ ਕਹਿੰਦੇ ਹਨ। ਕੁਝ ਤਿਉਹਾਰ ਮੌਸਮ ਦੇ ਨਾਲ ਸੰਬੰਧ ਰੱਖਦੇ ਹਨ, ਕੁਝ ਤਿਉਹਾਰ ਜਾਤ ਦੇ ਨਾਲ ਸੰਬੰਧ ਰੱਖਦੇ ਹਨ, ਕੁਝ ਤਿਉਹਾਰ ਇਤਿਹਾਸ ਅਤੇ ਮਿਥਿਹਾਸ ਦੇ ਨਾਲ ਸੰਬੰਧ ਰੱਖਦੇ ਹਨ। ਪਰ ਜਿਹੜਾ ਹੋਲੀ ਹੈ, ਇਹ ਇਤਿਹਾਸ ਅਤੇ ਮਿਥਿਹਾਸ ਦੇ ਨਾਲ ਵੀ ਸੰਬੰਧ ਰੱਖਦਾ ਹੈ, ਵਰਨ ਜਾਤ ਦੇ ਨਾਲ ਵੀ ਸੰਬੰਧ ਰੱਖਦਾ ਹੈ ਅਤੇ ਰੁੱਤ ਦੇ ਨਾਲ ਵੀ ਸੰਬੰਧ ਰੱਖਦਾ ਹੈ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਤਿੰਨੇ ਪੱਖ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਵਿਚਾਰਾਂਗੇ ਅਤੇ ਆਉਣਾ ਆਪਾਂ ਹੋਲੇ ਮਹੱਲੇ 'ਤੇ ਹੈ, ਜਿਹੜਾ ਤਿਉਹਾਰ ਸਤਿਗੁਰੂ ਜੀ ਨੇ ਖਾਲਸੇ ਦੀ ਝੋਲੀ ਵਿੱਚ ਪਾਇਆ। ਸਭ ਤੋਂ ਪਹਿਲਾਂ ਰੁੱਤ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ। ਜਦੋਂ ਸਤਿਗੁਰੂ ਜੀ ਰੁੱਤਾਂ ਦੇ ਸੰਬੰਧ ਵਿੱਚ ਬਾਣੀ ਨੂੰ ਦਰਜ ਕਰਦੇ ਹਨ, ਉਸ ਵਕਤ ਸਤਿਗੁਰੂ ਜੀ ਇੱਕ ਬਚਨ ਦਰਜ ਕਰਦੇ ਹਨ, ਰੁੱਤ ਸਰਸ ਬਸੰਤ ਮਾਹ, ਚੇਤ ਵੈਸਾਖ ਸੁਖ ਮਾਸ ਜਿਉ। ਚੇਤ ਅਤੇ ਵਿਸਾਖ ਇਹ ਬਸੰਤ ਦੀ ਰੁੱਤ ਹਨ, ਬਸੰਤ ਦੇ ਮਹੀਨੇ ਹਨ। ਬਸੰਤ ਦੀ ਰੁੱਤ ਇਹਨਾਂ 2 ਮਹੀਨਿਆਂ ਵਿੱਚ ਆਉਂਦੀ ਹੈ। ਬਸੰਤ ਦਾ ਸੰਬੰਧ, ਬਸੰਤ ਦਾ ਅਰਥ ਹੁੰਦਾ ਹੈ ਖੇੜਾ, ਹਰਿਆਲੀ, ਕਿਉਂਕਿ ਜਦੋਂ ਬਸੰਤ ਰੁੱਤ ਆਉਂਦੀ ਹੈ, ਧਰਤੀ ਦੇ ਜਰੇ ਜਰੇ ਦੇ ਵਿੱਚ ਹਰੇਕ ਪਾਸੇ ਜਿਹੜੀ ਹਰਿਆਲੀ ਛਾ ਜਾਂਦੀ ਹੈ, ਸਾਰੇ ਬੰਨੇ ਹੀ ਹਰਿਆਵਲ ਹੋ ਜਾਂਦੀ ਹੈ। ਰੁੱਖਾਂ ਦੇ ਪੱਤੇ ਨਿਕਲ ਆਉਂਦੇ ਹਨ, ਫੁੱਲ ਨਿਕਲ ਆਉਂਦੇ ਹਨ, ਬਨਸਪਤੀ ਜਿਹੜੀ ਉਹ ਹਰਿਆਵਲੀ ਮਾਰਦੀ ਹੈ, ਭਾਵ ਕਿ ਹਰੇਕ ਬੰਨੇ ਹਰਿਆਵਲ ਛਾ ਜਾਂਦੀ ਹੈ। ਸਤਿਗੁਰੂ ਜੀ ਨੇ ਬਾਹਰੀ ਤੌਰ 'ਤੇ ਅਲੰਕਾਰ ਵਰਤਿਆ ਤੇ ਗੱਲ ਅੰਦਰ ਦੀ ਕਰ ਦਿੱਤੀ। ਅੰਦਰ ਨੂੰ ਸਤਿਗੁਰੂ ਜੀ ਨੇ ਸਮਝਾਇਆ। ਸਤਿਗੁਰੂ ਜੀ ਕਹਿੰਦੇ ਜਿਸ ਤਰੀਕੇ ਦੇ ਨਾਲ ਬਸੰਤ ਦੀ ਰੁੱਤ ਆਉਣ ਦੇ ਨਾਲ ਚਾਰੇ ਬੰਨੇ ਹਰਿਆਵਲ ਹੋ ਜਾਂਦੀ ਹੈ,
ਸਾਰੀ ਧਰਤੀ ਖੇੜੇ ਵਿੱਚ ਆ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਮਨੁੱਖ ਦੇ ਅੰਦਰ ਜਿਹੜੀ ਜੀਵ ਆਤਮਾ, ਜਿਹਨੂੰ ਜੀਓ ਕਿਹਾ ਜਾਂਦਾ ਹੈ, ਆਤਮਾ ਕਿਹਾ ਜਾਂਦਾ ਹੈ, ਜੋਤ ਕਿਹਾ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਇਸ ਮਹੀਨੇ ਦੇ, ਇਹਨਾਂ ਮਹੀਨਿਆਂ ਦੇ ਵਿੱਚ ਜਿਹੜੀ ਜੀਵ ਆਤਮਾ ਉਸ ਪਤੀ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੀ ਹੈ, ਸਤਿਗੁਰੂ ਜੀ ਕਹਿੰਦੇ ਉਹ ਵੀ ਹਰਿਆਵਲ ਹੋ ਜਾਂਦੀ ਹੈ, ਉਹ ਵੀ ਖੇੜੇ ਵਿੱਚ ਆ ਜਾਂਦੀ ਹੈ। ਪਰ ਬਸੰਤ ਦੇ ਰੁੱਤ ਵਿੱਚ ਜਿਹੜੀ ਜੀਵ ਆਤਮਾ ਪਤੀ ਪਰਮਾਤਮਾ ਤੋਂ ਵਿਛੋੜੇ ਦੇ ਕਾਰਨ ਦੂਰ ਰਹਿੰਦੀ ਹੈ, ਉਹ ਜਿਹੜੀ ਜੀਵ ਆਤਮਾ ਕਦੀ ਵੀ ਖੇੜੇ ਵਿੱਚ ਨਹੀਂ ਆਉਂਦੀ। ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਦਰਜ ਕੀਤਾ, ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ, ਸੇ ਫਲ ਸੁਫਲ ਫਲੰਤ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਪਤੀ ਪਰਮਾਤਮਾ ਨਾਲ ਵਿਛੋੜਾ ਪਿਆ ਹੈ, ਉਹਨਾਂ ਦਾ ਕਦੇ ਵੀ ਅੰਦਰ ਖੇੜੇ ਵਿੱਚ ਨਹੀਂ, ਅਤੇ ਜਿਨ੍ਹਾਂ ਦਾ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਹੈ, ਉਹ ਜੀਵ ਆਤਮਾ ਖੇੜੇ ਦੇ ਵਿੱਚ ਆ ਗਈਆਂ ਹਨ। ਸਤਿਗੁਰੂ ਜੀ ਨੇ ਬੇਅੰਤ ਬਚਨ ਇਸ ਸੰਬੰਧ ਵਿੱਚ ਬਾਣੀ ਵਿੱਚ ਕਹੇ ਹਨ। ਸਤਿਗੁਰੂ ਜੀ ਦਾ ਇੱਕ ਬਚਨ ਹੋਰ ਆਉਂਦਾ ਹੈ ਬਾਣੀ ਦੇ ਵਿੱਚ ਹੀ, ਆਪਾਂ ਰੋਜ਼ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਹਨ, ਹਰਿ ਕਾ ਨਾਮ ਧਿਆਏ ਕੈ, ਹੋ ਹਰਿਆ ਭਾਈ, ਕਰਮ ਲਖੰਤੈ ਪਾਈਐ, ਇਹ ਰੁੱਤ ਸੁਹਾਈ, ਵਾਣ ਤ੍ਰਿਣ ਤਿਰ ਭਵਨ ਮੌਲਿਆ। ਸਤਿਗੁਰੂ ਜੀ ਕਹਿੰਦੇ ਬਸੰਤ ਦੀ ਰੁੱਤ ਆਉਣ ਦੇ ਨਾਲ ਜਿਵੇਂ ਮੌਲਿਆ ਜਾਂਦਾ ਹੈ, ਹਰਿਆ ਹੋ ਜਾਂਦਾ ਹੈ ਜੰਗਲ, ਪੱਤੇ ਹਰੇ ਹੋ ਜਾਂਦੇ ਹਨ, ਧਰਤੀ ਹਰਿਆਵਲ ਵਿੱਚ ਆ ਜਾਂਦੀ ਹੈ। ਜਿਹੜੀ ਜੀਵ ਆਤਮਾ ਪਰਮਾਤਮਾ ਨੂੰ ਚੇਤੇ ਕਰਦੀ ਹੈ, ਉਹ ਵੀ ਹਰੀ ਭਰੀ ਹੋ ਜਾਂਦੀ ਹੈ। ਪਹਿਲਾ ਸੰਬੰਧ ਇਸ ਰੁੱਤ ਦੇ ਨਾਲ ਹੋਲੀ ਦਾ ਹੈ, ਕਿਉਂਕਿ ਬਸੰਤ ਦੀ ਰੁੱਤ ਦੇ ਵਿੱਚ ਹੀ ਇਹ ਤਿਉਹਾਰ ਆਉਂਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਬਸੰਤ ਦੇ ਮਹੀਨੇ ਵਿੱਚ, ਬਸੰਤ ਦੀ ਰੁੱਤ ਵਿੱਚ ਲੋਕ ਹੋਲੀ ਖੇਡਦੇ ਹਨ, ਅਤੇ ਜਿਹੜੇ ਲੋਕ ਬਾਹਰੀ ਤੌਰ 'ਤੇ ਹੋਲੀ ਖੇਡ ਕੇ ਆਪਣੇ ਸਰੀਰ ਨੂੰ ਰੰਗਦੇ ਹਨ, ਉਹਨਾਂ ਦਾ ਰੰਗ ਜਿਹੜਾ ਕਸੁੰਭੇ ਦੇ ਬਰਾਬਰ ਹੈ। ਪਰ ਜਿਹੜੇ ਬਸੰਤ ਦੇ ਮਹੀਨੇ ਵਿੱਚ ਆਪਣੀ ਆਤਮਾ ਨੂੰ ਨਾਮ ਰੰਗ ਵਿੱਚ ਰੰਗਦੇ ਹਨ, ਉਹਨਾਂ ਦਾ ਰੰਗ ਜਿਹੜਾ ਹੈ ਉਹ ਮਜੀਠ ਦਾ ਰੰਗ ਹੈ। ਕਿਉਂਕਿ ਜਿਹੜਾ ਬਾਹਰੀ ਤੌਰ 'ਤੇ ਰੰਗ ਲਾਇਆ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਕੱਚਾ ਰੰਗ ਕਸੁੰਭ ਦਾ, ਥੋੜੜਿਆ ਦਿਨ ਚਾਰ ਜੀਓ। ਕੱਚਾ ਰੰਗ ਕਸੁੰਭ ਦਾ, ਕਿਉਂਕਿ ਧੋਤਿਆਂ ਇਹ ਮਿੰਟ ਵਿੱਚ ਲੈ ਜਾਂਦਾ ਹੈ, ਬਹੁਤਾ ਚਿਰ ਟਿਕਦਾ ਨਹੀਂ। ਸਤਿਗੁਰੂ ਜੀ ਨੇ ਬਾਣੀ ਵਿੱਚ ਆ ਬਾਹਰੀ ਰੰਗ ਦੀ ਤੁਲਨਾ ਕਸੁੰਭੇ ਦੇ ਨਾਲ ਕੀਤੀ ਹੈ, ਅਤੇ ਅੰਦਰ ਦੇ ਰੰਗ ਦੀ ਤੁਲਨਾ ਸਤਿਗੁਰੂ ਜੀ ਨੇ ਮਜੀਠ ਦੇ ਰੰਗ ਦੇ ਨਾਲ ਕੀਤੀ ਹੈ, ਕਿਉਂਕਿ ਮਜੀਠ ਦਾ ਰੰਗ ਪੱਕਾ ਰੰਗ ਹੈ। ਸਤਿਗੁਰੂ ਜੀ ਕਹਿੰਦੇ ਆ ਰੁੱਤ ਬਸੰਤ ਦੇ ਵਿੱਚ ਹੋਲੀ ਆਉਂਦੀ ਹੈ, ਅਤੇ ਲੋਕ ਉਸ ਹੋਲੀ ਦੇ ਤਿਉਹਾਰ ਨੂੰ ਮਨਾਉਂਦੇ ਹਨ। ਅਤੇ ਜਿਹੜੇ ਮਨੁੱਖ ਇਸ ਬਸੰਤ ਦੀ ਰੁੱਤ ਵਿੱਚ ਆਪਣੇ ਆਤਮਾ ਨੂੰ ਰੰਗ ਲੈਂਦੇ ਹਨ, ਸਤਿਗੁਰੂ ਜੀ ਕਹਿੰਦੇ ਹਨ ਉਹ ਪਰਮਾਤਮਾ ਦੇ ਮਜੀਠ ਰੰਗ ਵਿੱਚ, ਲਾਲ ਰੰਗ ਵਿੱਚ, ਗੂੜ੍ਹੇ ਰੰਗ ਵਿੱਚ ਜਿਹੜੇ ਰੰਗੇ ਜਾਂਦੇ ਹਨ। ਇਹ ਪਹਿਲਾ ਸੰਬੰਧ ਹੈ ਇਸ ਹੋਲੀ ਦਾ ਰੁੱਤ ਦੇ ਨਾਲ। ਦੂਸਰਾ ਸੰਬੰਧ ਇਸ ਤਿਉਹਾਰ ਦਾ ਹੈ ਵਰਨ ਜਾਤ ਦੇ ਨਾਲ, ਕਿਉਂਕਿ ਖਾਸ ਕਰਕੇ ਭਾਰਤ ਦੇ ਵਿੱਚ ਬ੍ਰਾਹਮਣ ਨੇ 4 ਜਾਤਾਂ ਬਣਾਈਆਂ ਹਨ। ਕਈ ਵਾਰੀ ਆਪਾਂ ਇਸ ਚੀਜ਼ ਨੂੰ ਵਿਚਾਰ ਚੁੱਕੇ ਹਾਂ, ਸਿਰਫ ਟੂਕ ਮਾਤਰ, ਕਿਉਂਕਿ ਬ੍ਰਾਹਮਣ ਨੇ ਆਪਣੇ ਆਪ ਨੂੰ ਗੁਰੂ ਬਣਾਇਆ, ਬਾਕੀ ਦੀਆਂ ਜਾਤਾਂ ਨੂੰ ਆਪਣੇ ਅਧੀਨ ਕਰ ਦਿੱਤਾ। ਬ੍ਰਾਹਮਣ, ਖੱਤਰੀ, ਸੂਦ, ਵੈਸ਼, ਅਤੇ ਜਿੱਥੇ ਇਹਨੇ ਬ੍ਰਾਹਮਣ ਨੇ ਚਲਾਕੀ ਨਾਲ ਜਾਤਾਂ ਬਣਾ ਕੇ ਵੰਡੀਆਂ ਪਾਈਆਂ, ਉੱਥੇ ਹੀ ਇਹਨੇ ਚਲਾਕੀ ਦੇ ਨਾਲ ਤਿਉਹਾਰਾਂ ਦੀ ਵੀ ਵੰਡ ਕਰਕੇ ਰੱਖ ਦਿੱਤੀ। ਅਤੇ ਜਿਹੜਾ ਸਰਮੌਰ ਦਾ ਤਿਉਹਾਰ ਹੈ ਛਾਵਣੀ ਦਾ, ਇਹਨੇ ਆਪਣੇ ਨਾਲ ਜੋੜ ਦਿੱਤਾ। ਖੱਤਰੀ ਨੂੰ ਜਿਹੜਾ ਦੁਸ਼ਹਿਰਾ ਦੇ ਦਿੱਤਾ, ਵੈਸ਼ ਨੂੰ ਦੀਵਾਲੀ ਦੇ ਦਿੱਤੀ, ਅਤੇ ਸ਼ੂਦਰ ਨੂੰ ਜਿਹੜਾ ਵਾ ਉਹ ਹੋਲੀ ਦੇ ਦਿੱਤੀ। ਕਿਉਂਕਿ ਇਹ ਨਹੀਂ ਸੀ ਚਾਹੁੰਦੇ ਕਿ ਸ਼ੂਦਰਾਂ ਨੂੰ ਗਿਆਨ ਹੋ ਸਕੇ, ਸ਼ੂਦਰਾਂ ਨੂੰ ਸਮਝ ਆ ਸਕੇ। ਇਹਨਾਂ ਨੂੰ ਤਿਉਹਾਰ ਵੀ ਉੱਦਾਂ ਦਾ ਦੇ ਦਿੱਤਾ ਕਿ ਆਪਸ ਵਿੱਚ ਇਹ ਲੜਦੇ ਰਹਿਣ, ਆਪਸ ਵਿੱਚ ਘੁਲਦੇ ਰਹਿਣ, ਅਤੇ ਆਪਸ ਵਿੱਚ ਹੀ ਇਹ ਜਿਹੜੇ ਖਰਮਸਤੀ ਕਰਦੇ ਨੇ, ਇਹਨਾਂ ਨੂੰ ਸਮਝ ਹੀ ਕੋਈ ਨਾ ਆਵੇ। ਇਹ ਹੋਲੀ ਦਾ ਤਿਉਹਾਰ ਵਰਨ ਜਾਤ ਦੇ ਨਾਲ ਬ੍ਰਾਹਮਣ ਨੇ ਜੋੜ ਦਿੱਤਾ। ਅਤੇ ਇਹ ਤਿਉਹਾਰ ਸ਼ੁਰੂ ਕਦੋਂ ਹੋਇਆ, ਇਹਦੀ ਇੱਕ ਘਟਨਾ ਜਿਹੜੀ ਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਦਿੱਤੀ ਹੈ, ਅਤੇ ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਜਿਹੜੀ ਇਹ ਮਿਥਿਹਾਸਿਕ ਘਟਨਾ ਵੀ ਹੈ। ਸਤਿਗੁਰੂ ਜੀ ਨੇ ਅਲੰਕਾਰ ਬਾਣੀ ਵਿੱਚ ਵਰਤਿਆ ਹੈ ਤਾਂ ਜੋ ਮਨੁੱਖ ਨੂੰ ਸਮਝ ਆ ਸਕੇ।
ये जिहड़ी घटना जिहड़ी है ये सनातन धर्म के ग्रंथां विच है। सनातन धर्म के ग्रंथां विच उन्होंने ग्रंथां विच घटना लिखी है। वो कहिंदे हन कि मुल्तान का राजा होया है हरनाकश, जिन्हें तपस्या करके उस परमात्मा नूं रजाया। सिर्फ एक कहानी की सिक्ख्या लैनी है तां जो जिहड़ी सिक्ख्या साडे घर दे विच हिरदे विच टिक जावे। उहदे ग्रंथ कहिंदे हन कि मुल्तान का राजा हरनाकश इन्हें तपस्या करके उस परमात्मा नूं खुश कीता ते परमात्मा नूं खुश करके परमात्मा तो कुछ इन्हें वर मंग लए, जिवें कि मैं जिहड़ा कदी भी मरा ना। परमात्मा कहिंदे ये हो ही नहीं सकदा। ते हरनाकश ने अपनी चलाकी वरती कि चलाकी दे नाल जिहड़ा मैं मौत तो अमर हो जावांगा, कदी मरांगा नहीं। ये कहन लगा परमात्मा जे ये गल है तो फिर एक कृपा कर, एक काम कर कि मैं ना दिने मरा ना रात मरा, ना अंदर मरा ना बाहर मरा, ना धरती ते मरा ना आकाश च मरा, ना बीमारी नाल मरा ना हथियार दे नाल मरा, ना मैनूं कोई मनुख मार पावे ना कोई जानवर मार पावे। भाव कि इन्हें हरेक तरीके दे पक्ष तो सोच विचार के कि मैं मौत तो किसी तरह मुक्त हो जावां ते इस तरीके दे वर जिहड़े इन्हें परमात्मा दे कोल प्राप्त कर लए। ते उन्हां दे ग्रंथ कहिंदे हन कि जदों इनूं वर मिल गए इन्हें राज जिहड़ा संभालिया ते इन्हें ऐलान कर दिता अज तो बाद जिथे जले हरी कहा जाता है थले हरी कहा जाता है, मेरे राज दे विच किसी ने जले हरी थले हरी नहीं कहना। मेरे राज दे विच इक्को शब्द होवेगा, वो होवेगा जले हरनाकश थले हरनाकश, क्योंकि हरनाकश सब तो वड्डा है। हरनाकश ही परमात्मा है, हरनाकश ही सब कुछ है। सारे बन्ने इन्हें ऐलान करा दिता ते जिहड़ा आकी हुंदा सी बागी होने की कोशिश करदा सी उन्होंने ये मरवा दिंदा, उन्होंने खत्म करके रख दिंदा। कोई भी ये अगे आवाज़ उठाउण तो डरदा सी। पर परमात्मा बड़ा बेअंत है, परमात्मा की खेड बड़ी न्यारी है। परमात्मा ने ये घर दे विच ही प्रहलाद भगत नूं पैदा कर दिता। ये घर दे विच बच्चा होया ते इन्हां दे ग्रंथां दे मुताबिक हरनाकश दे 4 पुत्र हन ते ये जिहड़ा प्रहलाद है सब तो छोटा है। आपां केवल इहदी गल करनी है। इस घर दे विच प्रहलाद ने जन्म लिया। हरनाकश भी बड़ा खुश होया ते जदों प्रहलाद जिहड़ा थोड़ा जिहा वडेरा होया तां इस हरनाकश ने इनू पढ़ने पा दिता ते सतगुरु जी की बाणी दे विच सतगुरु जी ने उहदे उस्तादां दा नाम भी दिता है। ਜਿਹੜੇ ਜਿਹੜੇ ਤਰੀਕਿਆਂ ਦੇ ਨਾਲ हरनाकश ने प्रहलाद ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਵੀ ਦਰਜ ਕੀਤੇ ਹਨ। ਅਤੇ ਜਦੋਂ ਮਾਂ ਦਾ ਤਰਲਾ ਲਿਆ ਭਾਵ ਕਿ ਮਾਂ ਨੇ ਸਮਝਾਉਣ ਦਾ ਯਤਨ ਕੀਤਾ ਉਹਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਦਰਜ ਕੀਤਾ ਹੈ। ਸਤਿਗੁਰੂ ਜੀ ਦਾ ਇੱਕ ਬਚਨ ਹੈ ਭੈਰੋ ਰਾਗ ਦੇ ਵਿੱਚ गुरु अमरदास पातशाह जी ने भी उच्चारण किया है, भगत नामदेव जी ने भी उच्चारण किया है, भगत कबीर जी ने भी अपनी रसना तो इस घटना नूं जिहड़ा अपनी बाणी विच दर्ज किया है। भगत नामदेव जी कहिंदे हन जदों ये प्रहलाद पढ़न दे योग होया तां हरनाकश ने इहदे लई 2 उस्ताद चुने, एक संडा ते एक मरका जिन्हों अमरक भी कहा जाता है। इनू पढ़ने पा दिता ते जदों पढ़ने पाया ਤਾਂ ਸੰਡਾ ਤੇ ਮਰਕਾ ਨੂੰ ਸਮਝਾ ਦਿੱਤਾ ਸੀ ਹਰਨਾਕਸ਼ ਨੇ ਕਿ ਇਹਨੂੰ ਉਹ ਕੁਝ ਪੜ੍ਹਾਇਓ ਜਿਹੜਾ ਮੇਰੇ ਅਧੀਨ ਰਵੇ। ਇਹਨੂੰ ਦੱਸਿਓ ਕਿ ਹਰਨਾਕਸ਼ ਚੀਜ਼ ਕੀ ਹੈ, ਹਰਨਾਕਸ਼ ਕਿੱਡਾ ਵੱਡਾ ਹੈ ਤੇ ਜਦੋਂ ਵੀ ਆਉਣਾ ਹੈ ਜਾਣਾ ਹੈ ਕਿਤੇ ਵੀ ਮਿਲਣਾ ਹੈ ਬਸ ਇੱਕੋ ਬਚਨ ਕਹਿਣਾ ਜਲੇ ਹਰਨਾਕਸ਼ ਥਲੇ ਹਰਨਾਕਸ਼। ਸੰਡਾ ਮਰਕਾ ਜਿਹੜੇ ਅਧੀਨ ਸਨ ਹਰਨਾਕਸ਼ ਦੇ ਤੇ ਜਦੋਂ ਪੜ੍ਹਨੇ ਪਾਇਆ ਗਿਆ ਸਕੂਲ ਦੇ ਵਿੱਚ ਗਿਆ ਪਾਠਸ਼ਾਲਾ ਦੇ ਵਿੱਚ ਗਿਆ ਤੇ ਜਿਹੜੇ ਉੱਥੇ ਹੋਰ ਬੱਚੇ ਸਨ ਪੜ੍ਹ ਰਹੇ ਉਹ ਬੱਚੇ ਜਿਹੜੇ ਜਲੇ ਹਰਨਾਕਸ਼ ਕਹਿੰਦੇ ਸਨ ਤੇ ਥਲੇ ਹਰਨਾਕਸ਼ ਕਹਿੰਦੇ ਸਨ। ਜਦੋਂ ਮਾਸਟਰ ਕਲਾਸ ਵਿੱਚ ਆਉਂਦਾ ਉਦੋਂ ਕੋਈ ਹੋਰ ਬਚਨ ਨਹੀਂ, ਸਿਰਫ ਇੱਕੋ ਬਚਨ ਜਲੇ ਹਰਨਾਕਸ਼ ਥਲੇ ਹਰਨਾਕਸ਼। ਤੇ ਜਦੋਂ ਪ੍ਰਹਿਲਾਦ ਦੀ ਵਾਰੀ ਆਈ प्रहलाद कहन लगा मेरा प्यो भी झूठा है, मेरे उस्ताद भी झूठे हैं ते आ बच्चे भी झूठ बोल रहे हैं। असल विच हरनाकश वड्डा नहीं, रब वड्डा है, परमात्मा वड्डा है, वो राम वड्डा है जड़ा सारियां जगह ते रमिया होया है। इस करके जले हरी थले हरी कहो
ਆਪਣੇ ਨਾਲ ਦੇ ਸਾਥੀਆਂ ਨੂੰ ਵੀ ਕਹਿਣ ਲੱਗਾ ਮੇਰਾ ਬੇਸ਼ੱਕ ਪਿਓ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪਰਮਾਤਮਾ ਨਾਲੋਂ ਵੱਡਾ ਹੋ ਗਿਆ ਹੈ। ਉਹਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਜੋੜ ਲਿਆ। ਜਦੋਂ ਸੰਡਾ ਤੇ ਮਰਕਾ ਨੇ ਪੂਰਾ ਜ਼ੋਰ ਲਾਇਆ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾ ਜਲੇ ਹਰਨਾਕਸ਼ ਤੇ ਥਲੇ ਹਰਨਾਕਸ਼ ਜਿਹੜਾ ਇਹਨਾਂ ਕੋ ਮੂੰਹ ਦੇ ਵਿੱਚੋਂ ਕਹਾ ਲਈਏ, ਉਹਨਾਂ ਪੂਰਾ ਜ਼ੋਰ ਲਾ ਦਿੱਤਾ, ਪਰ ਇਸ ਪ੍ਰਹਿਲਾਦ ਨੇ ਆਪਣੇ ਮੂੰਹ ਵਿੱਚੋਂ ਇੱਕ ਵਾਰੀ ਨਹੀਂ ਕਿਹਾ। ਸੰਡਾ ਮਰਕਾ ਡਰ ਗਏ। ਉਹਨਾਂ ਨੂੰ ਡਰ ਲੱਗਾ ਕਿ ਜੇ ਇਹਨੇ ਨਾ ਬੋਲਿਆ ਤੇ ਹਰਨਾਕਸ਼ ਰਾਜਾ ਸਾਨੂੰ ਮਾਰ ਕੇ ਰੱਖ ਦੇਵੇਗਾ। ਇਹਨਾਂ ਨੇ ਇੱਕ ਜਿਹੜਾ ਬੇਨਤੀ ਕਰਨ ਵਾਸਤੇ ਹਰਨਾਕਸ਼ ਕੋਲ ਪਹੁੰਚੇ ਤੇ ਭਗਤ ਨਾਮਦੇਵ ਜੀ ਕਹਿੰਦੇ ਸੰਡਾ ਮਰਕਾ ਜਾਏ ਪੁਕਾਰੇ। ਸੰਡਾ ਤੇ ਮਰਕਾ ਜਿਹੜੇ ਉਸਤਾਦ ਹਨ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਹਰਨਾਕਸ਼ ਨੂੰ, ਸੰਡਾ ਮਰਕਾ ਜਾਏ ਪੁਕਾਰੇ ਪੜ੍ਹੇ ਨਹੀਂ ਆਪ ਬਚੇ ਹੀ ਪਚ ਹਾਰੇ। ਕਹਿਣ ਲੱਗਾ ਆਪ ਵੀ ਨਹੀਂ ਉਹ ਪੜ੍ਹਦਾ ਤੇ ਦੂਸਰਿਆਂ ਨੂੰ ਵੀ ਉਹਨੇ ਸਗੋਂ ਹਟਾ ਦਿੱਤਾ ਹੈ। ਕਹਿਣ ਲੱਗਾ ਕਿ ਹੇ ਹਰਨਾਕਸ਼, ਹੇ ਰਾਜਨ, ਤੇਰੇ ਪੁੱਤਰ ਨੂੰ ਬੜੀ ਕੋਸ਼ਿਸ਼ ਕਰ ਲਈ ਹੈ ਕਿ ਉਹ ਜਿਹੜਾ ਜੜੇ ਹਰਨਾਕਸ਼ ਥਲੇ ਹਰਨਾਕਸ਼ ਕਵੇ, ਪਰ ਉਹ ਜਿਹੜਾ ਕਹਿਣ ਨੂੰ ਰਾਜੀ ਨਹੀਂ ਹੈ, ਸਗੋਂ ਉਹਨੇ ਆਪਣੇ ਸਾਥੀਆਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਹੈ। ਉਹਦੇ ਸਾਥੀ ਵੀ ਜਿਹੜੇ ਕਹਿ ਰਹੇ ਹਨ ਕਿ ਜਲੇ ਖਾਰੇ ਥਲੇ ਖਾਰੇ, ਉਹਨਾਂ ਨੇ ਵੀ ਆਪਣੇ ਮੂੰਹ ਦੇ ਵਿੱਚੋਂ ਇਸ ਬਚਨ ਨੂੰ ਵਿਸਾਰ ਕੇ ਰੱਖ ਦਿੱਤਾ ਹੈ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼, ਕੇਵਲ ਤੇ ਕੇਵਲ ਪਰਮਾਤਮਾ ਵੱਡਾ ਹੈ, ਉਹਦਾ ਨਾਮ ਲੈ ਰਹੇ ਹਨ। ਤੇ ਭਗਤ ਨਾਮਦੇਵ ਜੀ ਕਹਿੰਦੇ ਫਿਰ ਰਾਜੇ ਨੇ ਆਪਣੀ ਪਤਨੀ ਨੂੰ ਕਿਹਾ, ਜੇ ਭਾਵ ਕਿ ਪ੍ਰਹਿਲਾਦ ਦੀ ਮਾਤਾ ਨੂੰ ਕਿਹਾ ਕਿ ਤੂੰ ਕਿਸੇ ਨਾ ਕਿਸੇ ਤਰੀਕੇ ਸਮਝਾ, ਹੋ ਸਕਦਾ ਕਿ ਤੇਰੀ ਮਮਤਾ ਅੱਗੇ ਇਹ ਝੁਕ ਜਾਵੇ ਤੇ ਨਹੀਂ ਤੇ ਵਰਨਾ ਮੈਂ ਇਹਨੂੰ ਮਾਰ ਕੇ ਰੱਖ ਦੇਵਾਂਗਾ। ਸਤਿਗੁਰੂ ਜੀ ਨੇ ਬਾਣੀ ਵਿੱਚ ਦਰਜ ਕੀਤਾ ਹੈ ਤੇ ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਕਹਿੰਦੇ ਹਨ ਕਿ ਉਹਦੀ ਮਾਂ ਨੇ ਆ ਕੇ ਸਮਝਾਇਆ ਕਿ ਪੁੱਤਰ ਵੇਖ, ਤੇਰਾ ਪਿਤਾ ਬਹੁਤ ਵੱਡਾ ਰਾਜਾ ਹੈ, ਸਾਰੀ ਧਰਤੀ ਨੂੰ ਇਹਨੇ ਨੱਥ ਪਾਈ ਹੋਈ ਹੈ, ਸਾਰੀ ਧਰਤੀ ਇਹਦੇ ਅਧੀਨ ਚੱਲਦੀ ਹੈ, ਸਾਰੇ ਇਹਦਾ ਕਹਿਣਾ ਮੰਨਦੇ ਹਨ। ਤੂੰ ਇਹ ਆਪਣੇ ਪੁੱਤਰ ਨੂੰ, ਆਪਣੇ ਪਿਤਾ ਨੂੰ ਜਿਹੜਾ ਵਾ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿਣ ਲੱਗ ਪਾ, ਇਹ ਤੈਨੂੰ ਛੱਡ ਦੇਵੇਗਾ, ਤੈਨੂੰ ਜਿਹੜਾ ਵਾ ਇਨਾਮ ਦੇਵੇਗਾ, ਤੈਨੂੰ ਰਾਜ ਪਦਵੀ ਵੀ ਦੇ ਦੇਵੇਗਾ। ਤੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਆਪਣੇ ਪਿਤਾ ਦਾ ਨਾਮ ਲੈ ਲੈ। ਤੇ ਭਗਤ ਪ੍ਰਹਿਲਾਦ ਕਹਿਣ ਲੱਗਾ ਅਸਲ ਵਿੱਚ ਨਾ ਮੈਂ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤਰ ਨਹੀਂ, ਕਿਉਂਕਿ ਤੂੰ ਆਪਣੇ ਪਤੀ ਦੇ ਅਧੀਨ ਹੋ ਸਕਦੀ ਆ, ਪਰ ਮੈਂ ਜਿਹੜਾ ਆਪਣੇ ਪਿਤਾ ਦੇ ਅਧੀਨ ਨਹੀਂ ਹੋਵਾਂਗਾ। ਮੈਂ ਕੇਵਲ ਤੇ ਕੇਵਲ ਸੱਚ ਦੇ ਅਧੀਨ ਹੋਵਾਂਗਾ, ਪਰਮਾਤਮਾ ਦੇ ਅਧੀਨ ਹੋਵਾਂਗਾ। ਤੇ ਭਗਤ ਨਾਮਦੇਵ ਜੀ ਕਹਿੰਦੇ ਬਸੁਦਾ ਬਸ ਕੀਨੀ ਬਸ ਰਾਜੇ, ਬੇਨਤੀ ਕਰੇ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੇ, ਤਿੰਨ ਤੋਂ ਔਰੇ ਠਾਨੇ। ਭਗਤ ਪ੍ਰਹਿਲਾਦ ਨੇ ਜਿਹੜਾ ਪੁੱਤਰ ਹੈ ਉਹਦੀ ਮਾਂ ਦਾ, ਉਹਨੇ ਜਿਹੜਾ ਮਨ ਦੇ ਵਿੱਚ ਠਾਣਿਆ ਹੋਇਆ ਹੈ ਕਿ ਮੈਂ ਕੋਈ ਹੋਰ ਨਾਮ ਲਵਾਂਗਾ ਹੀ ਨਹੀਂ। ਜਦੋਂ ਇਹ ਵੀ ਜਿਹੜਾ ਉਹਦੀ ਵਰਤੀ ਹੋਈ ਸਾਜ਼ਿਸ਼ ਨਕਾਬ ਹੋਈ ਤਾਂ ਫਿਰ ਕਹਿੰਦੇ ਹਨ ਭਗਤ ਨਾਮਦੇਵ ਜੀ ਦੁਸ਼ਟ ਸਭਾ ਵਿਲ ਮੰਤਰ ਪਕਾਇਆ, ਕਰਸੇ ਔਦ ਕਨੇਰੀ। ਉਹਨੇ ਫਿਰ ਇੱਕ ਮੀਟਿੰਗ ਸੱਦੀ ਦੁਸ਼ਟਾਂ ਦੀ, ਜਿਹੜੇ ਜਹਲਾਦ ਸਨ, ਜਿਹੜੇ ਬੰਦੇ ਨੂੰ ਮਾਰਨ ਵਾਲੇ ਸਨ, ਉਹਨਾਂ ਨੂੰ ਸੱਦ ਕੇ ਉਹਨਾਂ ਨਾਲ ਸਲਾਹ ਕੀਤੀ ਤੇ ਉਸ ਜਲਾਦ ਕਹਿਣ ਲੱਗੇ ਕਿ ਰਾਜਨ ਜੇ ਨਹੀਂ ਮੰਨਦਾ ਤਾਂ ਆਪਾਂ ਉਹਨੂੰ ਮਾਰ ਦਿੰਨੇ ਹਾਂ, ਜੇ ਨਾ ਮਾਰਿਆ ਤਾਂ ਫਿਰ ਸਾਰੇ ਦਾ ਸਾਰਾ ਰਾਜ ਤੇਰਾ ਜਿਹੜਾ ਤੇਰੇ ਖਿਲਾਫ ਹੋ ਜਾਵੇਗਾ। ਰਾਜਨ ਕਹਿਣ ਲੱਗਾ ਹਰਨਾਕਸ਼ ਜੇ ਇਹ ਗੱਲ ਹੈ ਤਾਂ ਉਹਨੂੰ ਮਾਰ ਦੇਵੋ। ਤੇ ਸਤਿਗੁਰੂ ਜੀ ਦੀ ਬਾਣੀ ਦੇ ਮੁਤਾਬਕ ਗਿਰ ਤਰ ਜਲ ਜਵਾਲਾ ਤੈ ਰਾਖਿਓ, ਮਾਇਆ ਅਗਨ ਫੇਰੀ। ਕਹਿੰਦੇ ਹਨ ਕਿ ਪਹਿਲਾਂ ਸਭ ਤੋਂ ਜਿਹੜਾ ਵਾ ਪਹਾੜ ਤੋਂ ਸੁੱਟਿਆ ਗਿਆ, ਗਿਰ ਪਹਾੜ ਤੋਂ ਸੁੱਟਿਆ ਗਿਆ, ਪ੍ਰਹਿਲਾਦ ਨੂੰ ਕੁਝ ਨਹੀਂ ਹੋਇਆ। ਫਿਰ ਜਿਹੜਾ ਤਰ ਤੋਂ ਸੁੱਟਿਆ ਗਿਆ, ਤਰ ਤੋਂ ਭਾਵ ਕਿ ਰੁੱਖ ਤੋਂ ਸੁੱਟਿਆ ਗਿਆ, ਫਿਰ ਵੀ ਕੁਝ ਨਹੀਂ ਹੋਇਆ। ਫਿਰ ਪਾਣੀ ਦੇ ਵਿੱਚ ਡੋਬਿਆ ਗਿਆ, ਪਾਣੀ ਦੇ ਵਿੱਚ ਸੁੱਟਿਆ ਗਿਆ, ਪਾਣੀ ਦੇ ਨਾਲ ਵੀ ਕੁਝ ਨਹੀਂ ਹੋਇਆ। ਤੇ ਫਿਰ ਜਿਹੜਾ ਅੱਗ ਦੇ ਵਿੱਚ ਜਿਹੜਾ ਬਿਠਾਇਆ ਗਿਆ ਤੇ ਅੱਗ ਵੀ ਜਿਹੜੀ ਪ੍ਰਹਿਲਾਦ ਨੂੰ ਸਾੜ ਨਹੀਂ ਸਕੀ। ਤੇ ਕਹਿੰਦੇ ਹਨ ਕਿ ਜਿਹੜੀ ਮਾਇਆ ਪਰਮਾਤਮਾ ਨੇ ਬਣਾਈ ਹੋਈ ਸੀ, ਪਰਮਾਤਮਾ ਨੇ ਆਪਣੇ ਹੁਕਮ ਦੇ ਨਾਲ ਇਸ ਮਾਇਆ ਦਾ ਰੁਖ ਹੀ ਬਦਲ ਦਿੱਤਾ। ਭਾਵ ਕਿ ਇਹ ਜਿਹੜੇ ਕੰਮ ਕਰਦੇ ਹਨ, ਕਿਉਂਕਿ ਪਾਣੀ ਦਾ ਸੁਭਾਅ ਡੋਬਣਾ ਹੈ, ਅੱਗ ਦਾ ਸੁਭਾਅ ਸਾੜਨਾ ਹੈ, ਤੇ ਜਿਹੜਾ ਉੱਚੀ ਜਗ੍ਹਾ ਤੋਂ ਡਿੱਗੇਗਾ ਉਹਨੂੰ ਜਿਹੜਾ ਮਰਨਾ ਹੀ ਮਰਨਾ ਹੈ। ਪਰ ਜਦੋਂ ਪਰਮਾਤਮਾ ਬਚਾਉਣ 'ਤੇ ਆ ਜਾਵੇ ਤਾਂ ਕੋਈ ਵੀ ਜਿਹੜਾ ਕਿਸੇ ਨੂੰ ਮਾਰ ਨਹੀਂ ਸਕਦਾ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸੇ ਕਰਕੇ ਕਿਹਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਉਹਨੂੰ ਕੋਈ ਦੁੱਖ ਨਹੀਂ।
ਜਦੋਂ ਇਹ ਵੀ ਤਰੀਕਾ ਵਰਤਿਆ ਤੇ ਪ੍ਰਹਿਲਾਦ ਦਾ ਜਿਹੜਾ ਵਾਲ ਨਾ ਵਿੰਗਾ ਹੋ ਸਕਿਆ। ਤੇ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਹਨ, ਭਗਤ ਨਾਮਦੇਵ ਜੀ ਫਿਰ ਹਾਰ ਕੇ ਹਰਨਾਕਸ਼ ਨੇ ਤਲਵਾਰ ਨੂੰ ਹੱਥ ਪਾਇਆ ਤੇ ਤਲਵਾਰ ਨੂੰ ਹੱਥ ਪਾ ਕੇ ਕਹਿਣ ਲੱਗਾ, ਜੇ ਤੈਨੂੰ ਬਚਾਉਣ ਵਾਲਾ ਕੌਣ ਹੈ, ਮੈਨੂੰ ਇੱਕ ਵਾਰੀ ਉਹਦਾ ਨਾਮ ਦੱਸ, ਤੈਨੂੰ ਮਾਰਨ ਤੋਂ ਪਹਿਲਾਂ ਮੈਂ ਉਹਨੂੰ ਮਾਰ ਕੇ ਰੱਖ ਦੇਵਾਂਗਾ। ਤੇ ਭਗਤ ਨਾਮਦੇਵ ਜੀ ਕਹਿੰਦੇ, ਕਾਡ ਖੜਗ ਕਾਲ ਪੈ ਕੋਪਿਓ ਮੋਹਿ ਬਤਾਓ ਤੋਹੇ ਜੋ ਰਾਖੇ, ਮੈਨੂੰ ਉਹਦਾ ਨਾਮ ਦੱਸ ਇੱਕ ਵਾਰੀ ਜਿਹੜਾ ਤੈਨੂੰ ਰੱਖਣ ਵਾਲਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ, ਭਗਤ ਪ੍ਰਹਿਲਾਦ ਨਹੀਂ ਬੋਲਿਆ, ਪੀਤ ਪੈਤੰਬਰ ਤਿਰ ਭਵਨ ਧਣੀ ਥੰਮ ਮਾਹੇ ਹਰ ਭਾਖੈ। ਥੰਮ ਦੇ ਵਿੱਚੋਂ ਆਵਾਜ਼ ਆਈ, ਹਰਨਾਕਸ਼ ਉਹਨੂੰ ਕੀ ਪੁੱਛਦਾ, ਪਿੱਛੇ ਮੁੜ ਕੇ ਵੇਖ, ਤੇਰੇ ਪਿੱਛੇ ਪਰਮਾਤਮਾ ਖਲੋਤਾ ਹੋਇਆ ਹੈ। ਤੇ ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਪਰਮਾਤਮਾ ਨਰ ਸਿੰਘ ਦਾ ਰੂਪ ਧਾਰਨ ਕਰਕੇ ਆਇਆ ਹੈ, ਅੱਧਾ ਸ਼ੇਰ ਦਾ ਤੇ ਅੱਧਾ ਮਨੁੱਖ। ਨਰ ਤੋਂ ਭਾਵ ਮਨੁੱਖ ਤੇ ਸਿੰਘ ਤੋਂ ਭਾਵ ਸ਼ੇਰ, ਅੱਧਾ ਸ਼ੇਰ ਤੇ ਅੱਧਾ ਮਨੁੱਖ ਬਣ ਕੇ ਆਇਆ ਪਰਮਾਤਮਾ। ਕਹਿੰਦੇ ਹਨ ਕਿ ਉਸ ਵਕਤ ਨਾ ਰਾਤ ਹੈ ਤੇ ਨਾ ਸ਼ਾਮ, ਨਾ ਦਿਨ ਹੈ ਤੇ ਨਾ ਰਾਤ ਹੈ, ਸ਼ਾਮਾਂ ਪਈਆਂ ਹਨ। ਪ੍ਰਹਿਲਾਦ ਹਰਨਾਕਸ਼ ਨੂੰ ਨਰ ਸਿੰਘ ਨੇ ਆਪਣੇ ਗੋਡਿਆਂ ਤੇ ਰੱਖਿਆ, ਨਾ ਧਰਤੀ ਤੇ ਹੈ ਤੇ ਨਾ ਆਕਾਸ਼ ਵਿੱਚ ਹੈ। ਪਰਮਾਤਮਾ ਨੇ ਹਰਨਾਕਸ਼ ਨੂੰ ਮਾਰਨ ਵਾਸਤੇ ਕੋਈ ਹਥਿਆਰ ਨਹੀਂ ਵਰਤਿਆ, ਆਪਣੇ ਨਖਾਂ ਦੇ ਨਾਲ, ਆਪਣੇ ਨਹੁੰਾਂ ਦੇ ਨਾਲ ਉਹਦੀ ਛਾਤੀ ਨੂੰ ਜਿਹੜਾ ਪਾੜ ਕੇ ਰੱਖ ਦਿੱਤਾ। ਸਤਿਗੁਰੂ ਜੀ ਕਹਿੰਦੇ, ਇਸ ਤਰੀਕੇ ਦੇ ਨਾਲ ਹਰਨਾਕਸ਼ ਦਾ ਅੰਤ ਹੋਇਆ। ਹਰਨਾਕਸ਼ ਨੂੰ ਜਿਹੜਾ ਪਰਮਾਤਮਾ ਨੇ ਮਾਰ ਦਿੱਤਾ ਤੇ ਜਿਹੜਾ ਉਹਨੇ ਰਾਜ ਸਥਾਪਿਤ ਕੀਤਾ ਹੋਇਆ ਸੀ, ਜਿਹੜਾ ਦਾਅਵਾ ਕਰਦਾ ਸੀ ਕਿ ਮੈਂ ਵੱਡਾ ਹਾਂ, ਸਤਿਗੁਰੂ ਜੀ ਕਹਿੰਦੇ ਪਰਮਾਤਮਾ ਨੇ ਸਾਬਤ ਕਰ ਦਿੱਤਾ ਕਿ ਕੇਵਲ ਤੇ ਕੇਵਲ ਪਰਮਾਤਮਾ ਹੀ ਵੱਡਾ ਹੈ, ਇਸ ਤੋਂ ਇਲਾਵਾ ਹੋਰ ਕੋਈ ਨਹੀਂ। ਕਿਉਂਕਿ ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਇਸ ਤਰੀਕੇ ਨਾਲ ਹਰਨਾਕਸ਼ ਦਾ ਅੰਤ ਹੁੰਦਾ ਹੈ। ਪਰ ਅੰਤ ਹੋਣ ਤੋਂ ਪਹਿਲਾਂ ਜਿਹੜੀ ਇੱਕ ਘਟਨਾ ਵਾਪਰਦੀ ਹੈ, ਜਿੱਥੋਂ ਇਹ ਹੋਲੀ ਆਰੰਭ ਹੁੰਦੀ ਹੈ। ਹਰਨਾਕਸ਼ ਜਦੋਂ ਸਾਰੇ ਦਾਅ ਵਰਤ ਲੈਂਦਾ ਹੈ, ਪ੍ਰਹਿਲਾਦ ਨੂੰ ਕੁਝ ਨਹੀਂ ਹੁੰਦਾ। ਫਿਰ ਇੱਕ ਦਾਅ ਹੋਰ ਵਰਤਦਾ, ਜਿਹਦਾ ਬਾਣੀ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਗੇਰ ਤਾਰ ਜਲ ਜਵਾਲਾ ਅੱਗ ਦਾ, ਭਾਵ ਕਿ ਜਿਹੜੀ ਇਹਦੀ ਭੈਣ ਸੀ ਹੋਲਿਕਾ ਹਰਨਾਕਸ਼ ਦੀ, ਕਹਿੰਦੇ ਹਨ ਕਿ ਉਹਨੂੰ ਵੀ ਜਿਹੜਾ ਵਰ ਮਿਲਿਆ ਹੋਇਆ ਸੀ ਕਿ ਉਹਨੂੰ 7 ਦਿਨ ਤੱਕ ਜਿਹੜੀ ਅੱਗ ਸਾੜ ਨਹੀਂ ਸੀ ਸਕਦੀ। ਉਹਦਾ ਕਾਰਨ ਇਹ ਸੀ ਕਿ ਉਹਦੇ ਕੋਲ ਇੱਕ ਕੱਪੜਾ ਅਜਿਹਾ ਸੀ ਜਿਹੜਾ ਆਪਣੇ ਤਨ ਦੇ ਉੱਤੇ ਪਾ ਲੈਂਦੀ ਸੀ ਤੇ ਜਿਹਦੇ ਕਰਕੇ ਅੱਗ ਉਹਦਾ ਨੁਕਸਾਨ ਨਹੀਂ ਸੀ ਕਰ ਸਕਦੀ। ਹਰਨਾਕਸ਼ ਨੂੰ ਪਤਾ ਸੀ ਕਿ ਹੋਲਿਕਾ ਦੇ ਕੋਲ ਆ ਜਿਹੜਾ ਵਰ ਮਿਲਿਆ ਹੋਇਆ ਹੈ ਤੇ ਇਸ ਤਰੀਕੇ ਦੇ ਨਾਲ ਮੈਂ ਪ੍ਰਹਿਲਾਦ ਦਾ ਅੰਤ ਕਰਕੇ ਰੱਖ ਦਿੰਦਾ ਵਾਂ। ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਹੋਲਿਕਾ ਨੇ ਪੁੱਤਰ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲਿਆ, ਅੱਗ ਵਿੱਚ ਬੈਠ ਗਈ ਤੇ ਪਰਮਾਤਮਾ ਨੇ ਉੱਥੇ ਵੀ ਜਿਹੜੀ ਕਿਰਪਾ ਕੀਤੀ। ਜਿਹੜਾ ਕੱਪੜਾ ਹੋਲਿਕਾ ਨੇ ਲਿਆ ਹੋਇਆ ਸੀ ਉਹ ਕੱਪੜਾ ਪ੍ਰਹਿਲਾਦ ਦੇ ਉੱਤੇ ਆ ਗਿਆ ਤੇ ਹੋਲਿਕਾ ਜਿਹੜੀ ਅੱਗ ਦੇ ਨਾਲ ਸੜ ਕੇ ਜਿਹੜੀ ਉਹ ਸਵਾਹ ਹੋ ਗਈ। ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ 7 ਦਿਨ ਤੱਕ ਇਹ ਹੋਲਿਕਾ ਸੜਦੀ ਹੈ। 7 ਦਿਨਾਂ ਤੋਂ ਬਾਅਦ ਇਹਦੀ ਜਿਹੜੀ ਸਵਾਹ ਬਣਦੀ ਹੈ, ਰਾਖ ਬਣਦੀ ਹੈ। ਉਹ ਕਹਿੰਦੇ ਹਨ ਕਿ ਉਸ ਸਵਾਹ ਨੂੰ ਜਿਹੜੇ ਉੱਥੋਂ ਦੇ ਲੋਕ ਸਨ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਨੀਵੀਂ ਜਾਤ ਦਾ ਕਿਹਾ ਜਾਂਦਾ ਸੀ, ਉਹਨਾਂ ਨੇ ਜਿਹੜਾ ਉਸ ਸਵਾਹ ਨੂੰ ਉਡਾਇਆ ਤੇ ਆਪਣੇ ਉੱਤੇ ਜਿਹੜਾ ਪਾਉਣਾ ਸ਼ੁਰੂ ਕਰ ਦਿੱਤਾ। ਤੇ ਬ੍ਰਾਹਮਣ ਨੇ ਚਲਾਕੀ ਵਰਤੀ। ਬ੍ਰਾਹਮਣ ਨੇ ਸੋਚਿਆ ਕਿ ਇਹ ਜਿਹੜਾ ਤਿਉਹਾਰ ਹੈ ਇੱਥੋਂ ਆਰੰਭ ਕਰ ਦਿੰਦੇ ਹਾਂ, ਤੇ ਉਹਨੇ ਆਪਣੇ ਗ੍ਰੰਥਾਂ ਵਿੱਚ ਉੱਥੋਂ ਆਰੰਭ ਕਰਕੇ ਤੇ ਸ਼ੂਦਰ ਦੇ ਨਾਲ ਜੋੜ ਕੇ ਰੱਖ ਦਿੱਤਾ। ਅਸਲ ਵਿੱਚ ਇਹਦੇ ਤਿਉਹਾਰ ਦਾ ਮਤਲਬ ਹੋਰ ਸੀ, ਪਰ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਇਹਦਾ ਮਤਲਬ ਹੋਰ ਪੇਸ਼ ਕਰ ਦਿੱਤਾ। ਇਹਦਾ ਮਤਲਬ ਅਸਲ ਵਿੱਚ ਇਹ ਸੀ ਕਿ ਬਦੀ ਉੱਤੇ ਨੇਕੀ ਦੀ ਜਿੱਤ ਹੋਈ ਹੈ, ਬੁਰਾਈ ਉੱਤੇ ਸੱਚਾਈ ਦੀ ਜਿੱਤ ਹੋਈ ਹੈ। ਜਿਹੜੀ ਬੁਰਾਈ ਹਾਰ ਗਈ ਤੇ ਸੱਚਾਈ ਮਰ ਗਈ, ਸੱਚਾਈ ਜਿਹੜੀ ਜਿੱਤ ਗਈ। ਪਰ ਬ੍ਰਾਹਮਣ ਨੇ ਇਸ ਚੀਜ਼ ਨੂੰ ਪਾਸੇ ਕਰ ਦਿੱਤਾ, ਕਿਉਂਕਿ ਜੇ ਇਸ ਚੀਜ਼ ਨੂੰ ਉਹ ਪੇਸ਼ ਕਰਕੇ ਰੱਖ ਦਿੰਦਾ ਦੁਨੀਆ ਦੇ ਲੋਕਾਂ ਨੂੰ ਗਿਆਨ ਹੋ ਜਾਣਾ ਸੀ, ਤੇ ਜੇ ਗਿਆਨ ਹੋ ਜਾਂਦਾ ਤਾਂ ਬ੍ਰਾਹਮਣ ਦੀ ਗੱਲ ਮੰਨਣ ਨੂੰ ਕਿਸੇ ਨੇ ਤਿਆਰ ਨਹੀਂ ਸੀ ਹੋਣਾ। ਇਸੇ ਕਰਕੇ ਬ੍ਰਾਹਮਣ ਨੇ ਚਲਾਕੀ ਦੇ ਨਾਲ ਇਸ ਤਿਉਹਾਰ ਨੂੰ ਸ਼ੂਦਰ ਦੇ ਨਾਲ ਜੋੜ ਕੇ ਰੱਖ ਦਿੱਤਾ, ਤੇ ਸ਼ੂਦਰ ਜਿਹੜਾ ਇਹ ਤਿਉਹਾਰ ਉਦੋਂ ਤੋਂ ਲੈ ਕੇ ਅੱਜ ਤੱਕ ਮਨਾਉਂਦਾ ਆ ਰਿਹਾ ਹੈ। ਦੂਸਰਾ ਸਬੰਧ ਇਹਦਾ ਜਿਹੜਾ ਹੈ ਉਹ ਵਰਨ ਜਾਤ ਦੇ ਨਾਲ ਹੈ, ਤੇ ਇਹ ਜਿਹੜਾ ਵਰਨ ਜਾਤ ਦੇ ਨਾਲ ਇਸ ਬ੍ਰਾਹਮਣ ਨੇ ਆਪਣੀ ਚਲਾਕੀ ਦੇ ਨਾਲ ਲਾਇਆ ਹੈ।
तीसरा संबंध है इहदा इतिहास दे नाल, जिहड़ा कि सिख इतिहास दे नाल गुरु साहब जी ने इस इतिहास का रुख बदल के इनू विलखण रूप दे दिता ते सिखां नूं होली की जगह होला महला दे दिता। क्योंकि भावें यह तिहार गुरु गोबिंद सिंह जी वेले होला महला नाम है, पर यदी शुरुआत भी गुरु नानक पातशाह जी ने रखी है, यदी नींह भी इस होले महल्ले की गुरु नानक पातशाह जी ने रखी है। दो जिहड़े पक्ष आपां विचारे हन बाणी दे विचों, एक रुत के संबंध विच यह तिहार आउंदा है ते दूसरा वर्ण जात दे नाल संबंध है। जिहड़ा तीसरा पक्ष है इतिहास का, वो जिहड़ी विचार आपां कल दे दीवानां विच करांगे, क्योंकि कल होला महला है आनंदपुर साहिब की धरती ते। जदों दा गुरु साहब जी ने इस होले महल्ले नूं खालसे नूं दिता, उदों तो लैके अज तक खालसे ने इस होले महल्ले नूं साਂਭ के रखिया है ते होला महला अज तक जिहड़ा खालसा मनाउंदा आया है। हरेक साल जिहड़ा खालसा आनंदपुर साहिब की धरती के उत्ते इस होले महल्ले नूं मनाउंदा है। ये जिहड़ी विचार आपां कल दे दीवानां 'च करांगे। इन्नियां बेनतियां प्रवान करनियां गुरु अते संगत बख्शणहार है। वाहिगुरू जी का खालसा, वाहिगुरू जी की फतेह।